ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 12ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਜਨਮ ਮਰੇ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੇ ਆਕਾਰ। ਤੀਨ ਅਵਸਥਾ ਕਹੇ ਵਖਿਆਨ, ਤੁਰੀ ਅਵਸਥਾ ਸਤਿਗੁਰ ਤੇ ਹਰ ਜਾਨ। ਰਾਮ ਭਗਤ ਗੁਰ ਸੇਵਾ ਤਰਨਾ, ਬਾਹੁੜ ਜਨਮ ਨ ਹੋਏ ਹੈ ਮਰਨਾ ਰਹਾਓ। ਚਾਰ ਪਦਾਰਥ ਕਹੇ ਸਭ ਕੋਇ, ਸਿਮਰਤ ਸਾਸਤ ਪੰਡਤ ਮੁਖ ਸੋਈ। ਬਿਨ ਗੁਰ ਅਰਥ ਵਿਚਾਰ ਨ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਜਾ ਕੇ ਹਿਰਦੇ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ। ਹਰ ਕੀ ਭਗਤ ਮੁਕਤ ਆਨੰਦ, ਗੁਰਮਤਿ ਪਾਏ ਪਰਮਾਨੰਦ। ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮੇ ਨਿਰਾਸ ਬੁਝਾਇਆ। ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਨੀ ਮਨ ਰਾਤਾ। ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਨੀ ਮਨ ਰਾਤਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਜਿਹੜਾ ਜੰਮ ਕੇ ਮਰਦਾ ਹੈ, ਸਮਝੋ ਉਹ ਮਨੁੱਖ 3 ਗੁਣਾਂ ਨਾਲ ਹਿੱਤ ਕਰਨ ਵਾਲਾ ਹੈ। ਭਾਵ ਜਿਹੜਾ ਮਨੁੱਖ ਜਿਉਂਦੇ ਜੀ ਆਪਣੇ ਵਿਕਾਰ ਖਤਮ ਕਰ ਲੈਂਦਾ ਹੈ, ਉਹਨਾਂ ਨੂੰ ਮਾਰ ਲੈਂਦਾ ਹੈ, ਭਾਵ ਉਹ 3 ਗੁਣਾਂ ਦਾ ਹਿੱਤ ਕਰਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, 4 ਵੇਦ ਦ੍ਰਿਸ਼ਟਮਾਨ ਸੰਸਾਰ ਨੂੰ ਹੀ ਕਥਨ ਕਰਦੇ ਹਨ। ਉਹ 3 ਅਵਸਥਾ ਜਾਗਰਤ, ਸੁਪਨ, ਸੁਕੋਪਤ ਦਾ ਵਰਣਨ ਕਰਦੇ ਹਨ ਜੀ। ਪਰ ਉਹਨਾਂ ਨੂੰ ਚੌਥੀ ਤੁਰੀਆ ਅਵਸਥਾ ਦਾ ਗਿਆਨ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਉਹ ਅਵਸਥਾ ਗੁਰਸ਼ਬਦ, ਗੁਰਬਾਣੀ ਰੂਪ ਸਿਰਫ ਸਤਿਗੁਰ ਤੋਂ ਜਾਣੀ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਰਾਮ ਦੀ ਭਗਤੀ ਅਤੇ ਗੁਰਸ਼ਬਦ, ਗੁਰਬਾਣੀ ਦੀ ਸੇਵਾ ਕਰਕੇ ਹੀ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ ਜੀ, ਜਿਸ ਨਾਲ ਜੰਮਣਾ ਮਰਨਾ ਅਤੇ ਉਸ ਦਾ ਡਰ ਨਹੀਂ ਰਹਿੰਦਾ ਜੀ। ਕਿਉਂਕਿ ਉਸ ਪਰਮੇਸ਼ਰ ਦੇ ਭਾਣੇ ਦੀ ਸਮਝ ਆ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਭ ਕੋਈ 4 ਪਦਾਰਥ ਮੰਗਦਾ ਹੈ ਜੀ, ਭਾਵੇਂ ਉਹ ਸਿਮਰਤੀਆਂ ਤੇ ਸ਼ਾਸਤਰਾਂ ਦਾ ਮੁਖੀ ਪੰਡਤ ਹੋਵੇ, ਕਿੰਨਾ ਆਤਮਿਕ ਗਿਆਨ ਵਾਲਾ ਹੋਵੇ, ਫਿਰ ਵੀ ਉਹ ਸਾਰੇ ਹੀ ਵਿਕਾਰਾਂ ਦੇ, ਹੰਕਾਰ, ਹਉਮੈ, ਕਾਮ, ਕ੍ਰੋਧ ਵਿੱਚ ਫਸੇ ਹੋਏ ਹਨ। ਅਸਲੀਅਤ ਇਹ ਹੈ ਕਿ ਬਿਨਾਂ ਗੁਰੂ ਦੇ ਗੁਰਸ਼ਬਦ ਦਾ ਅਰਥ ਅਤੇ ਵਿਚਾਰ ਨਹੀਂ ਪਾਇਆ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੁਕਤੀ ਦਾ ਪਦਾਰਥ ਪ੍ਰੇਮਾ ਭਗਤੀ ਭਾਵ ਗੁਰਮਤਿ ਦੁਆਰਾ ਹੀ ਹਰੀ ਪਾਸੋਂ ਪਾਈ ਜਾ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਦੇ ਹਿਰਦੇ ਵਿੱਚ ਉਹ ਹਰੀ ਗੁਰਸ਼ਬਦ, ਗੁਰਬਾਣੀ ਦੁਆਰਾ ਵਸਿਆ ਹੈ, ਉਹ ਇਹ ਵਸਿਆ ਹੈ ਕਿ ਉਸ ਨੂੰ ਪਹਿਲਾਂ ਗੁਰਸ਼ਬਦ, ਗੁਰਬਾਣੀ ਦੁਆਰਾ ਪ੍ਰੇਮਾ ਭਗਤੀ ਪ੍ਰਾਪਤ ਹੋਈ ਹੈ। ਹਰੀ ਦੀ ਭਗਤੀ ਮੁਕਤੀ ਤੇ ਸਦਾ ਆਨੰਦ ਰੂਪ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਸ਼ਬਦ, ਗੁਰਬਾਣੀ ਦੀ ਮੱਤ ਦੁਆਰਾ, ਗੁਰਮਤਿ ਦੁਆਰਾ ਭਗਤੀ ਪਾ ਲਵੇ, ਉਹ ਫਿਰ ਪਰਮ ਆਨੰਦ ਪਰਮੇਸ਼ਰ ਨੂੰ ਪਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨੇ ਵੀ ਪਰਮ ਆਨੰਦ ਪਰਮਾਤਮਾ ਨੂੰ ਪਾਇਆ ਹੈ,
ਉਸ ਨੇ ਗੁਰਸ਼ਬਦ ਗੁਰਬਾਣੀ ਦੁਆਰਾ ਹੀ ਪਾਇਆ ਹੈ ਜੀ। ਭਾਵ ਇਹ ਸਿੱਖਾਂ ਵਾਸਤੇ, ਸਾਡੇ ਵਾਸਤੇ ਗੁਰਬਾਣੀ ਰਾਹੀਂ ਹੀ ਇਸ ਨੂੰ ਪਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਨੇ ਆਪ ਹਰੀ ਵੇਖ ਕੇ ਜਗਿਆਸੂਆਂ ਨੂੰ ਹਰੀ ਵਿਖਾਇਆ ਹੈ ਜੀ। ਉਸ ਨੇ ਆਸਾ ਵਿੱਚ ਨਿਰਾਸ਼ ਰਹਿਣ ਵਾਲਾ ਮਾਰਗ ਆਪ ਸਮਝਾਇਆ ਤੇ ਹੋਰਨਾਂ ਨੂੰ ਵੀ ਸਮਝਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਨਿਮਾਣਿਆਂ ਦਾ ਮਾਲਕ ਅਤੇ ਸਾਰੇ ਸੁੱਖਾਂ ਦਾ ਦਾਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਗਿਆਸੂ ਦਾ ਮਨ ਉਸ ਹਰੀ ਦੇ ਚਰਨਾਂ ਵਿੱਚ ਰੱਤਾ ਰਹਿੰਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਪੰਕਤੀ 'ਚ ਗੁਰੂ ਜੀ ਕਹਿੰਦੇ ਹਨ, ਚਾਰ ਪਦਾਰਥ ਕਹੇ ਸਭ ਕੋਏ, ਸਿਮਰਤ ਸਾਸਰ ਪੰਡਤ ਮੁਖ ਸੋਏ। ਕਿ ਜਿਹੜੇ ਵਿਦਵਾਨ ਤੇ ਬਹੁਤ ਗਿਆਨੀ ਧਿਆਨੀ ਪੰਡਤ ਆਪਣੇ ਆਪ ਨੂੰ ਸਮਝਦੇ ਹਨ ਔਰ ਯਾਦ ਕਰ ਲੈਂਦੇ ਹਨ ਸਾਰਾ ਕੁਛ ਹੀ, ਕਿ ਸਾਨੂੰ ਬੜਾ ਕੁਝ ਆਉਂਦਾ ਹੈ ਜੀ। ਇਹ ਗੁਰੂ ਨੂੰ ਸਮਝਣਾ ਤੇ ਆਪਣੇ ਆਪ ਨੂੰ ਸਮਝਣਾ, ਹਰ ਮੂਲ ਨਾਲ ਜੁੜਨਾ ਉਸ ਤਰ੍ਹਾਂ ਨਹੀਂ ਹੋ ਸਕਦਾ ਜੀ। ਉਹ ਤੇ ਸਿਰਫ ਗੁਰਸ਼ਬਦ ਗੁਰਬਾਣੀ ਤੋਂ ਹੀ ਮਿਲਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸੰਸਾਰ ਵਿੱਚ ਧਰਮ, ਅਰਥ, ਕਾਮ, ਮੋਖ ਇਹ ਚਾਰ ਪਦਾਰਥ ਪ੍ਰਸਿੱਧ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਦੀ ਸਿੱਖ ਲੈ ਕੇ, ਗੁਰਮਤਿ ਅਪਣਾ ਕੇ ਹਰ ਇੱਕ ਜੀਵ ਇਹਨਾਂ ਨੂੰ ਪ੍ਰਾਪਤ ਕਰ ਸਕਦਾ ਹੈ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਆਪਣੇ ਹਰ ਪੇ ਬਿਨਤੀ ਕਹੀਏ, ਚਾਰ ਪਦਾਰਥ ਆਨੰਦ ਮੰਗਲ ਨਿਧ, ਸੁਖ ਸਹਿਜ ਸਿੱਧ ਲਈਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।